हाँ जी, प्यारे विद्यार्थियों, बीए भाग पहला पंजाबी ਸਾਹਿਤ ਦੇ ਵਿਦਿਆਰਥੀਆਂ ਨੂੰ ਮੁਖਾਤਿਬ ਹਾਂ। बीए ਭਾਗ ਪਹਿਲਾ ਦੇ ਪਹਿਲੇ ਸਮੈਸਟਰ ਦੇ ਸਿਲੇਬਸ ਦਾ ਹਿੱਸਾ ਸਾਹਿਤ ਰੂਪ ਅਸੀਂ ਕਰ ਰਹੇ ਸੀਗੇ, ਜਿਹਦੇ 'ਚ ਅਸੀਂ ਕਾਵ ਰੂਪ ਕਰ ਚੁੱਕੇ ਹਾਂ। ਅੱਜ ਅਸੀਂ ਅਗਲੇ ਜਿਹੜੇ ਸਾਹਿਤ ਰੂਪ ਨੇ ਉਹਨਾਂ ਦੇ ਵਿੱਚੋਂ ਇਕਾਂਗੀ ਬਾਰੇ ਆਪਣੀ ਚਰਚਾ ਜਿਹੜੀ ਹੈ ਇਸ ਲੈਕਚਰ ਦੇ ਵਿੱਚ ਕਰਾਂਗੇ। ਇਕਾਂਗੀ ਤੋਂ ਸ਼ਾਬਦਿਕ ਅਰਥ ਜਿਹੜੇ ਹੈ ਇਹਦੇ ਉਹ ਬਣਦੇ ਹੈ ਇੱਕ ਅੰਗੀ, ਜਿਹਦਾ ਇੱਕ ਅੰਗ ਹੋਵੇ। ਠੀਕ ਹੈ, ਤੇ ਉੱਥੋਂ ਬਣਦਾ ਸ਼ਬਦ ਇਕਾਂਗੀ। ਇਕਾਂਗੀ ਨਾਟ ਰੂਪ ਜਿਹੜਾ ਹੈ ਪੰਜਾਬੀ 'ਚ ਜਿਹੜਾ ਰਚੇ ਜਾ ਰਹੇ ਵਰਤਮਾਨ ਸਾਹਿਤ ਦਾ ਜਿਹੜਾ ਪ੍ਰਮੁੱਖ ਜਿਹੜਾ ਅੰਗ ਹੈ, ਔਰ ਪੰਜਾਬੀ ਸਾਹਿਤ 'ਚ ਇਹ ਅੰਗਰੇਜ਼ੀ ਸਾਹਿਤ ਦੇ ਪ੍ਰਭਾਵ ਹੇਠ ਉਪਜਿਆ ਜਾਣ ਲੱਗਾ। ਇਕਾਂਗੀ ਨੂੰ ਪੂਰੇ ਨਾਟਕ ਦਾ ਸੰਖੇਪ ਰੂਪ ਜਿਹੜਾ ਹੈ ਨਹੀਂ ਕਿਹਾ ਜਾ ਸਕਦਾ, ਤੇ ਨਾ ਹੀ ਪੂਰੇ ਨਾਟਕ ਦੀ ਕਿਸੇ ਇੱਕ ਝਾਕੀ ਜਾਂ ਐਕਟ ਨੂੰ ਇਕਾਂਗੀ ਦਾ ਨਾਂ ਦਿੱਤਾ ਜਾ ਸਕਦਾ। ਹਾਂ, ਇਹ ਇਕਾਂਗੀ ਦੇ ਵਿੱਚ ਕਿਸੇ ਘਟਨਾ, ਸਥਿਤੀ, ਵਿਚਾਰ, ਪਰਿਸਥਿਤੀ ਦੇ ਕਿਸੇ ਵਿਸ਼ੇਸ਼ ਛੋਟੇ ਜਿਹੇ ਪ੍ਰਸੰਗ ਦਾ ਇੱਕ ਪ੍ਰਗਟਾਵਾ ਜਿਹੜਾ ਉਹ ਪੇਸ਼ ਕੀਤਾ ਗਿਆ ਹੁੰਦਾ। ਇਹਦੇ 'ਚ ਜੀਵਨ ਦਾ ਨਹੀਂ, ਸਗੋਂ ਜੀਵਨ ਦੀ ਕਿਸੇ ਇੱਕ ਘਟਨਾ ਦਾ ਵਰਣਨ ਜਿਹੜਾ ਹੈ ਉਹ ਪੇਸ਼ ਕੀਤਾ ਜਾਂਦਾ ਹੈ। ਅਸਲ ਦੇ ਵਿੱਚ ਇਕਾਂਗੀ ਜਿਹੜਾ ਹੈ ਉਹ ਕੀ ਹੈ, ਅੰਗਰੇਜ਼ੀ 'ਚ ਇਹਨੂੰ ਕਹਿ ਦਿੰਦੇ ਆ ਵਨ ਐਕਟ, ਠੀਕ ਹੈ, ਤੇ ਪੰਜਾਬੀ 'ਚ ਅਸੀਂ ਕਹਿ ਦਿੰਦੇ ਹਾਂ ਇੱਕ ਅੰਗ। ਉੱਥੋਂ ਬਣਿਆ ਇਕਾਂਗੀ। ਤੇ ਇਹਦੇ ਬਾਰੇ ਭਿੰਨ ਵਿਦਵਾਨਾਂ ਨੇ ਪਰਿਭਾਸ਼ਾਵਾਂ ਦਿੱਤੀਆਂ, ਜਿਨ੍ਹਾਂ ਦੇ ਮੁਤਾਬਕ ਇਕਾਂਗੀ ਦਾ ਜਿਹੜਾ ਉਹ ਸਰੂਪ ਨਿਸ਼ਚਿਤ ਹੁੰਦਾ। ਜਿਵੇਂ ਇੱਕ ਅੰਗਰੇਜ਼ੀ ਦਾ ਚਿੰਤਕ ਹੈ ਵਾਲਟਰ ਪ੍ਰਿਚਰਡ ਏਟਨ। ਏਟਨ ਕੀ ਕਹਿੰਦਾ ਹੈ, ਆਪਣੇ ਰੂਪ ਅਤੇ ਮਾਧਿਅਮ ਦੇ ਬੰਧਨਾਂ ਕਰਕੇ ਇਕਾਂਗੀ ਆਪਣੇ ਆਪ ਨੂੰ ਇੱਕ ਘਟਨਾ ਜਾਂ ਸਥਿਤੀ ਉੱਤੇ ਸੀਮਿਤ ਰੱਖਦਾ ਹੈ, ਤੇ ਇਸ ਸਥਿਤੀ ਤੇ ਘਟਨਾ ਵਿੱਚੋਂ ਹੀ ਉਹ ਆਪਣੀ ਉਤਪਤੀ ਤੇ ਵਿਕਾਸ ਕਰਦਾ ਹੈ। ਇਹ ਧਾਰਨਾ ਏਟਨ ਦੀ ਹੈ। ਇਸੇ ਤਰ੍ਹਾਂ ਇੱਕ ਹੋਰ ਅੰਗਰੇਜ਼ ਜਿਹੜਾ ਰਾਈਟਰ ਹੈ ਸਿਡਨੀ ਬਾਕਸ। ਸਿਡਨੀ ਬਾਕਸ ਇਕਾਂਗੀ ਬਾਰੇ ਕੀ ਕਹਿੰਦਾ ਕਿ ਇਕਾਂਗੀ ਦਾ ਮੰਤਵ ਇਹ ਹੈ ਕਿ ਉਹ ਇੱਕ ਹੀ ਵਿਸ਼ੇਸ਼ ਪ੍ਰਭਾਵ ਪੈਦਾ ਕਰੇ। ਮਤਲਬ ਉਹਦਾ ਮੰਤਵ ਕੀ ਹੈ ਕਿ ਉਹ ਇੱਕ ਹੀ ਵਿਸ਼ੇਸ਼ ਜਿਹੜਾ ਪ੍ਰਭਾਵ ਪੈਦਾ ਕਰੇ, ਉਸ ਵਿੱਚ ਇੱਕੋ ਸਥਿਤੀ ਹੋਣੀ ਚਾਹੀਦੀ ਹੈ, ਤੇ ਉਸ ਦਾ ਧਿਆਨ ਕਿਸੇ ਇੱਕ ਪਾਤਰ ਜਾਂ ਪਾਤਰ ਸਮੂਹ ਦੇ ਕਿਰਿਆ ਕਰਮਾਂ ਉੱਪਰ ਕੇਂਦਰਿਤ ਨਹੀਂ ਹੋਣਾ ਚਾਹੀਦਾ। ਭਾਵ ਉਸ ਵਿੱਚ ਨਾ ਤਾਂ ਅਪ੍ਰਧਾਨ ਘਟਨਾਵਾਂ ਹੋਣ, ਨਾ ਗੌਣ ਪ੍ਰਸੰਗ ਹੋਣ, ਤੇ ਨਾ ਹੀ ਪਾਤਰਾਂ ਦਾ ਵਿਅਰਥ ਜਮਕਟਾ ਹੋਵੇ। ਯਾਨੀ ਉਹਦੇ ਵਿੱਚ ਬਹੁਤਾ ਜਿਹੜਾ ਪਾਤਰਾਂ ਨੂੰ ਪਾਉਣਾ, ਬਹੁਤ ਜ਼ਿਆਦਾ ਸਮੇਂ ਦਾ ਉਹ ਹੋਣਾ, ਉਹ ਜਿਹੜਾ ਸਿਡਨੀ ਬਾਕਸ ਕਹਿੰਦਾ ਉਹਦੇ ਵਿੱਚ ਨਹੀਂ ਹੋਣਾ ਚਾਹੀਦਾ। ਭਾਰਤੀ ਚਿੰਤਕ ਉਪਿੰਦਰ ਨਾਥ ਅਸ਼ਕ ਜਿਹੜਾ ਹੈ ਉਹ ਕਹਿੰਦਾ ਹੈ ਕਿ ਇਕਾਂਗੀ ਵਿੱਚ ਇੱਕ ਹੀ ਅੰਕ ਹੁੰਦਾ ਹੈ, ਤੇ ਉਹ ਅੱਧੇ ਕੁ ਘੰਟੇ 'ਚ ਸਮਾਪਤ ਹੋ ਜਾਂਦਾ। ਯਾਨੀ ਇਕਾਂਗੀ ਜਿਹੜੀ ਹੈ ਉਹ ਅੱਧੇ ਘੰਟੇ ਦੇ ਵਿੱਚ ਜਿਹੜੀ ਹੈ ਉਹ ਸਮਾਪਤ ਹੋ ਜਾਂਦੀ। ਜਦੋਂ ਅਸੀਂ ਉਹਨੂੰ ਸਟੇਜ ਦੇ ਉੱਪਰ ਖੇਡਦੇ ਹਾਂ ਤਾਂ ਉਹ ਅੱਧੇ ਘੰਟੇ 'ਚ ਉਹਦਾ ਜਿਹੜਾ ਸਮਾਂ ਪੂਰਾ ਹੋ ਜਾਂਦਾ। ਯਾਨੀ ਅੱਧੇ ਘੰਟੇ ਦੇ ਵਿੱਚ ਹੀ ਸਾਰੀ ਗੱਲ ਜਿਹੜੀ ਹੈ ਉਹ ਕਹਿਣੀ ਹੁੰਦੀ ਹੈ। ਸੇਠ ਗੋਬਿੰਦ ਦਾਸ ਇਕਾਂਗੀ ਦੀ ਪਰਿਭਾਸ਼ਾ 'ਚ ਕਿਸੇ ਮੂਲ ਵਿਚਾਰ ਨੂੰ ਪ੍ਰਮੁੱਖ ਸਥਾਨ ਦਿੰਦੇ ਆ। ਸੇਠ ਗੋਬਿੰਦ ਦਾਸ ਕੀ ਕਹਿੰਦਾ ਹੈ ਕਿ ਕਿਸੇ ਮੂਲ ਵਿਚਾਰ ਨੂੰ ਪੇਸ਼ ਕਰਨਾ ਹੀ ਇਕਾਂਗੀ ਦਾ ਮੰਤਵ ਹੈ। ਇਹ ਵਿਚਾਰ ਜੀਵਨ ਦੀ ਕਿਸੇ ਸਮੱਸਿਆ ਜਾਂ ਉਦੇਸ਼ ਨਾਲ ਸੰਬੰਧਿਤ ਹੁੰਦਾ ਹੈ। ਜੋ ਜਿੰਨਾ ਮਹਾਨ ਹੋਵੇਗਾ ਇਕਾਂਗੀ ਨੂੰ ਉਨਾ ਹੀ ਸਥਾਈਤਵ ਪ੍ਰਾਪਤ ਹੋਵੇਗਾ, ਯਾਨੀ ਉਨੀ ਹੀ ਇਕਾਂਗੀ ਵਧੀਆ ਹੋਏਗੀ। ਉਹ ਇਕਾਂਗੀ ਵਿਚਲੇ ਸੰਘਰਸ਼, ਕਥਾਨਕ ਦੇ ਗਠਨ, ਪਾਤਰ ਚਿੱਤਰਨ, ਮਨੋਰੰਜਨ ਅਤੇ ਭਿੰਨ ਏਕਤਾਵਾਂ ਉੱਤੇ ਜਿਹੜਾ ਹੈ ਉਹ ਜ਼ੋਰ ਦਿੰਦਾ ਹੈ। ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਇਕਾਂਗੀ ਅਤੇ ਪੂਰੇ ਨਾਟਕ 'ਚ ਮੁੱਖ ਫਰਕ ਸਮੇਂ ਦੇ ਆਧਾਰ ਤੇ ਕੀਤਾ ਜਾ ਸਕਦਾ ਹੈ। ਇਕਾਂਗੀ ਜਿਹੜਾ ਹੈ ਉਹ ਸੀਮਿਤ ਸਮੇਂ 'ਚ ਖੇਡਿਆ ਜਾਣ ਵਾਲਾ ਇੱਕ ਅੰਗ ਵਾਲਾ ਨਾਟਕ ਹੈ। ਇਸ ਦੀ ਸਫਲਤਾ ਇਸੇ ਗੱਲ 'ਚ ਹੈ ਕਿ ਉਹ ਘੱਟ ਤੋਂ ਘੱਟ ਸਮੇਂ ਵਿੱਚ ਪੂਰਨ ਹੋ ਕੇ ਦਰਸ਼ਕਾਂ ਜਾਂ ਪਾਠਕਾਂ ਉੱਪਰ ਪੂਰਨ ਪ੍ਰਭਾਵ ਪਾਵੇ।
ਇਕਾਂਗੀ ਦੀਆਂ ਇਹ ਜਿਹੜੀਆਂ ਪਰਿਭਾਸ਼ਾਵਾਂ ਆਪਾਂ ਸਾਂਝੀਆਂ ਕੀਤੀਆਂ, ਇਹਨਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਪਰਿਭਾਸ਼ਾ ਵੀ ਜਿਹੜੀ ਹੈ ਉਹ ਇਕਾਂਗੀ ਦੇ ਸਰੂਪ ਨੂੰ ਭਲੀ ਭਾਂਤ ਸਪਸ਼ਟ ਨਹੀਂ ਕਰਦੀ, ਸਾਰੀਆਂ ਉਹਦੇ ਨੇੜੇ ਤੇੜੇ ਜ਼ਰੂਰ ਰਹਿੰਦੀਆਂ। ਪਰੰਤੂ ਇਹਨਾਂ ਪਰਿਭਾਸ਼ਾਵਾਂ ਦੇ ਆਧਾਰ ਤੇ ਅਸੀਂ ਇਕਾਂਗੀ ਦੇ ਜਿਹੜੇ ਵਿਸ਼ੇਸ਼ ਗੁਣ ਹੈ ਉਹ ਨਿਸ਼ਚਿਤ ਕਰ ਸਕਦੇ ਹਾਂ। ਜਿਵੇਂ ਨੰਬਰ 1, ਇਕਾਂਗੀ ਵਿੱਚ ਕਿਸੇ ਇੱਕ ਮੁੱਲ, ਵਿਚਾਰ, ਸਮੱਸਿਆ, ਘਟਨਾ ਜਾਂ ਸਥਿਤੀ ਦੇ ਵਿਸ਼ੇਸ਼ ਛਣ ਨੂੰ ਪੇਸ਼ ਕੀਤਾ ਜਾਂਦਾ ਹੈ। ਇਕਾਂਗੀ ਦੇ ਵਿੱਚ ਕਿਸੇ ਇੱਕ ਮੁੱਲ ਵਿਚਾਰ, ਕਿਸੇ ਇੱਕ ਵਿਚਾਰ ਨੂੰ ਲੈ ਕੇ, ਕਿਸੇ ਇੱਕ ਸਮੱਸਿਆ ਨੂੰ ਲੈ ਕੇ ਜਾਂ ਘਟਨਾ ਜਾਂ ਸਥਿਤੀ ਦੇ ਵਿਸ਼ੇਸ਼ ਹਿੱਸੇ ਨੂੰ ਲੈ ਕੇ ਪੇਸ਼ ਕੀਤਾ ਜਾਂਦਾ ਹੈ। ਨੰਬਰ 2, ਇਕਾਂਗੀ ਵਿਚਲੇ ਅਨੁਭਵ ਅਤੇ ਪ੍ਰਗਟਾਵੇ ਵਿੱਚ ਏਕਤਾ ਦਾ ਹੋਣਾ ਜ਼ਰੂਰੀ ਹੈ। ਇਹ ਇਕਾਂਗੀ ਵਿੱਚ ਮੁੱਢੋਂ ਲੈ ਕੇ ਅੰਤ ਤੱਕ ਕਾਇਮ ਰਹਿਣੀ ਚਾਹੀਦੀ ਹੈ। ਯਾਨੀ ਜਿਹੜਾ ਇਕਾਂਗੀ ਦੇ ਵਿਚਲੇ ਜਿਹੜੇ ਅਨੁਭਵ ਹੈ, ਜਿਹੜੇ ਤਜਰਬੇ ਹੈ ਤੇ ਪ੍ਰਗਟਾਵੇ ਹੈ, ਉਹਨਾਂ 'ਚ ਏਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਅਗਲੀ ਗੱਲ ਕਿ ਅਗਲਾ ਲੱਛਣ ਕੀ ਹੈ ਕਿ ਇਕਾਂਗੀ ਦਾ ਆਕਾਰ ਛੋਟਾ ਹੋਣਾ ਚਾਹੀਦਾ ਹੈ। ਸੰਖੇਪਤਾ ਇਸ ਦਾ ਵਿਸ਼ੇਸ਼ ਗੁਣ ਹੈ। ਇਸ ਦਾ ਸਾਰਾ ਕਾਰਜ ਅੱਧੇ ਘੰਟੇ ਦੇ ਵਿੱਚ ਸਟੇਜ ਦੇ ਉੱਤੇ ਸਮਾਪਤ ਹੋ ਜਾਣਾ ਚਾਹੀਦਾ ਹੈ। ਅਗਲਾ ਤੱਤ ਕੀ ਹੈ? ਚੌਥਾ, ਕਿ ਇਕਾਂਗੀ ਦੇ ਵਿੱਚ 3 ਏਕਤਾਵਾਂ ਦਾ ਵਿਸ਼ੇਸ਼ ਤੌਰ ਤੇ ਖਿਆਲ ਰੱਖਣਾ ਚਾਹੀਦਾ ਹੈ। ਕਿਹੜੀਆਂ-ਕਿਹੜੀਆਂ? ਇਕਾਂਗੀ 'ਚ ਘਟਨਾਵਾਂ, ਪਾਤਰਾਂ ਤੇ ਪ੍ਰਸੰਗਾਂ ਦੀ ਜਿਹੜੀ ਹੈ ਉਹ ਬਹੁਲਤਾ ਨਹੀਂ ਹੋਣੀ ਚਾਹੀਦੀ, ਯਾਨੀ ਜ਼ਿਆਦਾ ਨਹੀਂ ਹੋਣੇ ਚਾਹੀਦੇ। ਇਕਾਂਗੀ 'ਚ ਨਾ ਘਟਨਾਵਾਂ ਜ਼ਿਆਦਾ ਹੁੰਦੀਆਂ, ਕਿਸੇ ਇੱਕ ਖਾਸ ਘਟਨਾ ਨੂੰ ਉਹਦੇ ਵਿੱਚ ਪੇਸ਼ ਕੀਤਾ ਜਾਂਦਾ, ਪਾਤਰ ਵੀ ਜਿਹੜੇ ਸੀਮਤ ਹੁੰਦੇ ਆ, ਤੇ ਪ੍ਰਸੰਗਾਂ ਦੀ ਜਿਹੜੀ ਬਹੁਲਤਾ ਜਿਹੜੀ ਹੈ ਉਹ ਨਹੀਂ ਹੋਣੀ ਚਾਹੀਦੀ, ਬਹੁਤੇ ਪ੍ਰਸੰਗ ਦੇ ਵਿੱਚ ਨਹੀਂ ਘੁਸੇੜਨੇ ਚਾਹੀਦੇ। ਤਾਂ ਇਹਨਾਂ ਲੱਛਣਾਂ ਦੇ ਆਧਾਰ ਤੇ ਇਕਾਂਗੀ ਦੇ ਜਿਹੜੇ ਤੱਤ ਹੈ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਤੱਤ ਇਕਾਂਗੀ ਦੇ ਮੰਨੇ ਜਾਂਦੇ ਆ। ਇਕਾਂਗੀ ਦੇ ਤੱਤਾਂ ਬਾਰੇ ਬਹੁਤ ਸਾਰੇ ਪੱਛਮੀ ਤੇ ਭਾਰਤੀ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹੈ ਤੇ ਇਹਨਾਂ ਨੇ ਇਸ ਦੇ ਬਦਲਦੇ ਸਰੂਪ ਅਨੁਸਾਰ ਇਸ ਦੇ ਭਿੰਨ-ਭਿੰਨ ਅਤੇ ਨਵੇਂ-ਨਵੇਂ ਤੱਤ ਨਿਸ਼ਚਿਤ ਕੀਤੇ ਹੈ। ਇਹਨਾਂ ਸਾਰੇ ਤੱਤਾਂ ਦਾ ਅਧਿਐਨ ਕਰਨ ਮਗਰੋਂ ਸਾਨੂੰ ਇਕਾਂਗੀ ਦੇ ਹੇਠ ਲਿਖੇ ਜਿਹੜੇ ਅੱਗੇ ਦਿੱਤੇ ਹੋਏ ਜਿਹੜੇ ਤੱਤ ਹੈ ਉਹ ਅਸੀਂ ਮੰਨਦੇ ਹਾਂ। ਸਭ ਤੋਂ ਪਹਿਲਾ ਤੱਤ ਕੀ ਹੈ? ਕਥਾਨਕ ਜਾਂ ਗੋਂਦ। ਠੀਕ ਹੈ। ਦੂਜਾ ਤੱਤ ਹੈ ਪਾਤਰ ਚਿਤਰਣ। ਤੀਜਾ ਤੱਤ ਹੈ ਵਾਰਤਾਲਾਪ। ਚੌਥਾ ਤੱਤ ਹੈ ਦੇਸ਼ ਕਾਲ ਤੇ ਵਾਤਾਵਰਣ। ਪੰਜਵਾਂ ਤੱਤ ਹੈ ਭਾਸ਼ਾ ਸ਼ੈਲੀ ਤੇ ਛੇਵਾਂ ਤੱਤ ਹੈ ਆਸ਼ਾ ਜਾਂ ਮੰਤਵ। ਉਦੇਸ਼ ਕੀ ਹੈ ਇਕਾਂਗੀ ਨੂੰ ਲਿਖਣ ਦਾ। ਇਸ ਤੋਂ ਅਗਲਾ ਤੱਤ ਹੈ ਰੰਗਮੰਚੀ ਸੰਕੇਤ, ਕਿ ਰੰਗਮੰਚ ਦਾ ਉਹਦੇ ਵਿੱਚ ਯਾਨੀ ਸਟੇਜ ਤੇ ਖੇਡਣ ਦੀਆਂ ਜਿਹੜੀਆਂ ਵਿਧਾਵਾਂ ਹੈਗੀਆਂ ਉਹਨਾਂ ਦੇ ਮੁਤਾਬਕ ਕੀ ਉਹ ਰੰਗਮੰਚ ਤੇ ਖੇਡੇ ਜਾਣ ਵਾਲਾ ਨਾਟਕ ਜਿਹੜਾ ਹੈ, ਸਟੇਜ ਤੇ ਖੇਡੇ ਜਾਣ ਵਾਲਾ ਇਕਾਂਗੀ ਬਣਿਆ ਕਿ ਨਹੀਂ ਬਣਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਤੱਤਾਂ 'ਚ ਸ਼ਾਮਲ ਹੋ ਜਾਂਦੀਆਂ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਕਾਂਗੀ ਦੀ ਕਥਾਨਕ ਜਾਂ ਗੋਂਦ, ਕਿ ਕਿਸ ਤਰ੍ਹਾਂ ਦਾ ਕਥਾਨਕ ਹੁੰਦਾ ਹੈ। ਇਕਾਂਗੀਕਾਰ ਸਮਾਜਿਕ ਜੀਵਨ ਦੀਆਂ ਸਮੱਸਿਆਵਾਂ, ਲੋਕ ਕਥਾਵਾਂ, ਮਾਨਵ ਭਾਵਾਂ ਤੇ ਜੀਵਨ ਦੇ ਚਿੱਤਰਾਂ, ਪੁਰਾਣਕ ਕਥਾਵਾਂ, ਰਾਜਨੀਤੀ, ਇਤਿਹਾਸ ਆਦਿ ਵਿੱਚੋਂ ਕਿਸੇ ਤੋਂ ਵੀ ਸਮੱਗਰੀ ਲੈ ਕੇ ਇਕਾਂਗੀ ਦੇ ਕਥਾ ਵਸਤੂ ਦਾ ਨਿਰਮਾਣ ਕਰਦਾ ਹੈ। ਯਾਨੀ ਇਕਾਂਗੀ ਦਾ ਨਿਰਮਾਣ ਕਿੱਥੋਂ ਹੁੰਦਾ ਹੈ? ਜੀਵਨ ਦੀਆਂ ਸਮੱਸਿਆਵਾਂ, ਲੋਕ ਕਥਾਵਾਂ, ਮਾਨਵ ਭਾਵਾਂ, ਜੀਵਨ ਦੇ ਚਿੱਤਰਾਂ, ਪੁਰਾਣਕ ਗਥਾਵਾਂ, ਰਾਜਨੀਤੀ ਜੋ ਪੋਲਿਟਿਕਸ ਸਾਡੇ ਆਸ-ਪਾਸ ਚੱਲਦੀ ਹੈ, ਸਮੇਂ ਦਾ ਇਤਿਹਾਸ, ਇਹਨਾਂ ਦੇ ਵਿੱਚੋਂ ਸਮੱਗਰੀ ਲੈ ਕੇ ਕਥਾਨਕ ਦਾ ਇਕਾਂਗੀ ਦਾ ਕਥਾਨਕ ਜਿਹੜਾ ਹੈ ਉਹ ਜਨਮ ਲੈਂਦਾ ਹੈ। ਕਥਾਨਕ ਹੁੰਦਾ ਕੀ ਹੈ? ਸਧਾਰਨ ਰੂਪ 'ਚ ਤਾਂ ਕਥਾਨਕ ਕਹਾਣੀ ਹੀ ਹੁੰਦੀ ਹੈ, ਪਰ ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ। ਇੱਕ ਅੰਗਰੇਜ਼ੀ ਦਾ ਚਿੰਤਕ ਹੈ ਵਰਸਫੀਲਡ, ਉਹ ਕਹਿੰਦਾ ਹੈ ਕਿ ਕਥਾਨਕ ਉਹੀ ਕਹਾਣੀ ਹੈ ਜੋ ਲੇਖਕ ਦੇ ਉਦੇਸ਼ ਅਨੁਸਾਰ ਕਰਮਬੱਧਤਾ ਤੇ ਵਿਸਥਾਰ ਪ੍ਰਾਪਤ ਕਰਦੀ ਹੈ। ਕਥਾਨਕ ਇਕਾਂਗੀ ਦੀ ਨੀਂਹ ਹੈ। ਇਸ ਉੱਪਰ ਇਕਾਂਗੀ ਦੇ ਸਮੁੱਚੇ ਮਹੱਲ ਦੀ ਉਸਾਰੀ ਹੁੰਦੀ ਹੈ। ਕਥਾਨਕ ਜਾਂ ਗੋਂਦ ਨੂੰ ਪਲਾਟ ਵੀ ਜਿਹੜਾ ਅਸੀਂ ਕਹਿ ਦਿੰਦੇ ਹਾਂ। ਇਕਾਂਗੀਕਾਰ ਕਥਾਨਕ ਲਈ ਸਮੱਗਰੀ ਕਿਤੋਂ ਵੀ ਲੈ ਸਕਦਾ ਹੈ, ਪਰੰਤੂ ਉਸ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਉਸ ਵਿੱਚ ਜੀਵਨ ਦੀ ਵਾਸਤਵਿਕਤਾ ਜਿਹੜੀ ਹੈ, ਜੀਵਨ ਦੀ ਜਿਹੜੀ ਰਿਐਲਿਟੀ ਹੈ,
ਉਹ ਨਿਰੀ ਕਲਪਨਾ ਹੀ ਪ੍ਰਤੀਤ ਨਾ ਹੋਵੇ, ਉਹ ਨਾਟਕ ਬਿਲਕੁਲ ਐਂ ਲੱਗੇ, ਉਹ ਇਕਾਂਗੀ ਬਿਲਕੁਲ ਐਂ ਲੱਗੇ ਕਿ ਵਾਕਿਆ ਹੀ ਜੀਵਨ 'ਚ ਇਹ ਗੱਲਾਂ ਜਿਹੜੀਆਂ ਵਾਪਰੀਆਂ ਹੋਈਆਂ। ਤਾਂ ਇਕਾਂਗੀ ਦੇ ਆਰੰਭ ਦੇ ਵਿੱਚ ਕਥਾਨਕ ਦੀ ਕਿਸੇ ਅਗਲੀ ਲੜੀ ਦਾ ਸੰਖੇਪ ਰੂਪ ਵਿੱਚ ਵਰਣਨ ਹੋਣਾ ਚਾਹੀਦਾ ਹੈ ਤੇ ਕਥਾਨਕ ਦਾ ਅਸਲ ਆਰੰਭ ਇਕਾਂਗੀ ਦੇ ਮੱਧ ਵਿੱਚ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦਰਸ਼ਕਾਂ ਤੇ ਪਾਠਕਾਂ ਦੇ ਮਨ ਵਿੱਚ ਅੱਗੇ ਜਾਣਨ ਦੀ ਇੱਛਾ ਜਿਹੜੀ ਹੈ ਉਹ ਬਣੀ ਰਹਿੰਦੀ ਹੈ। ਰੌਚਕਤਾ, ਉਤਸੁਕਤਾ ਤੇ ਗੰਭੀਰਤਾ ਇਹ ਕਥਾਨਕ ਦੇ ਮੁੱਖ ਗੁਣ ਹੈ। ਜਿਹੜੀ ਇਹ ਕਥਾ ਚੱਲਦੀ ਹੈ ਇਹਦੇ ਵਿੱਚ ਰੌਚਕਤਾ ਹੋਣੀ ਚਾਹੀਦੀ ਹੈ, ਉਤਸੁਕਤਾ ਹੋਣੀ ਚਾਹੀਦੀ ਹੈ ਤੇ ਇਹ ਗੰਭੀਰ ਵੀ ਹੋਣੀ ਚਾਹੀਦੀ ਹੈ, ਯਾਨੀ ਕੋਈ ਮੈਸੇਜ ਦੇ ਰਹੀ ਹੋਣੀ ਚਾਹੀਦੀ ਹੈ। ਜਦੋਂ ਮੁੱਖ ਕਥਾ ਤੇਜ਼ੀ ਨਾਲ ਸਿਖਰ ਵੱਲ ਚੱਲਦੀ ਹੈ ਤਾਂ ਇਕਾਂਗੀ ਬੜਾ ਖਿੱਚ ਭਰਿਆ ਬਣਦਾ ਹੈ ਤੇ ਇਸ ਦੇ ਦੋ ਸਾਧਨ ਜਿਹੜੇ ਆ ਉਹ ਹੁੰਦੇ ਆ। ਪਹਿਲਾ ਹੁੰਦਾ ਸੰਘਰਸ਼ ਤੇ ਦੂਜਾ ਹੁੰਦਾ ਵਿਕਾਸ। ਇਹ ਸੰਘਰਸ਼ ਵਿਅਕਤੀਆਂ, ਨਾਇਕ ਤੇ ਖਲਨਾਇਕ ਵਿੱਚ ਜਾਂ ਦੋ ਵਿਰੋਧੀ ਭਾਵਾਂ ਵਿਚਕਾਰ ਹੋ ਸਕਦਾ ਹੈ। ਕਾਰਜ ਦੀ ਏਕਤਾ ਜਿਹੜੀ ਹੈ ਉਹ ਇਕਾਂਗੀ ਦੇ ਕਥਾਨਕ ਵਿੱਚ ਵਿਸ਼ੇਸ਼ ਪ੍ਰਭਾਵ ਪੈਦਾ ਕਰਦੀ ਹੈ। ਥੋੜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਇਕਾਂਗੀ ਦੇ ਕਥਾਨਕ ਦੇ ਤਿੰਨ ਮੁੱਖ ਤੱਤ ਅਸੀਂ ਮੰਨ ਸਕਦੇ ਹਾਂ: ਏਕਤਾ, ਇਕਾਗਰਤਾ ਤੇ ਰੌਚਕਤਾ। ਇਹਨਾਂ ਵਿੱਚੋਂ ਰੌਚਕਤਾ ਅਰਥਾਤ ਉਤਸੁਕਤਾ ਦਾ ਸਥਾਨ ਮਹੱਤਵ ਹੈ। ਯਾਨੀ ਜਿਹੜੇ ਕਥਾਨਕ ਦੇ ਵਿੱਚ ਰੌਚਕਤਾ ਹੋਏਗੀ, ਉਤਸੁਕਤਾ ਹੋਏਗੀ, ਉਹਨੂੰ ਹੀ ਦਰਸ਼ਕ ਦੇਖੇਗਾ। ਪਰ ਇਸ ਦੀ ਉਸਾਰੀ ਸੁਭਾਵਿਕਤਾ ਦੇ ਆਧਾਰ ਤੇ ਹੋਣੀ ਬਹੁਤ ਜ਼ਰੂਰੀ ਹੈ। ਯਾਨੀ ਜਿਹੜੀ ਰੌਚਕਤਾ ਜਾਂ ਉਤਸੁਕਤਾ ਅਸੀਂ ਪੈਦਾ ਕਰ ਰਹੇ ਹਾਂ ਤਾਂ ਇਹ ਸੁਭਾਵਿਕ ਕਿਸਮ ਦੀ ਹੋਣੀ ਚਾਹੀਦੀ ਹੈ। ਸੋ ਇਹ ਸੀ ਇਹਦਾ ਇਕਾਂਗੀ ਦਾ ਤੱਤ ਕਥਾਨਕ। ਅੱਗੇ ਆਪਾਂ ਗੱਲ ਕਰਦੇ ਹਾਂ, ਅਗਲਾ ਤੱਤ ਹੈ ਪਾਤਰ ਚਿਤਰਨ। ਇਕਾਂਗੀ ਦੇ ਵਿੱਚ, ਨਾਟਕ ਦੇ ਵਿੱਚ ਪਾਤਰਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਭਾਵੇਂ ਇਕਾਂਗੀ ਦਾ ਕਥਾਨਕ ਉਦੋਂ ਤੱਕ ਪੇਸ਼ ਹੀ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਇਸ ਵਿੱਚ ਪਾਤਰ ਚਿਤਰਨ ਵਾਲਾ ਤੱਤ ਨਾ ਹੋਵੇ। ਪਾਤਰਾਂ ਦੁਆਰਾ ਹੀ ਇਕਾਂਗੀ ਦੀ ਕਹਾਣੀ ਅੱਗੇ ਤੁਰਦੀ ਹੈ। ਪਾਤਰਾਂ ਦੁਆਰਾ ਹੀ ਜਿਹੜੀ ਹੈ ਕਹਾਣੀ ਅੱਗੇ ਤੁਰਦੀ ਹੈ ਤੇ ਇਸ ਦੇ ਨਾਲ ਹੀ ਇਕਾਂਗੀ ਇੱਕ ਦਰਸ਼ਨੀ ਸਾਹਿਤ ਰੂਪ ਜਿਹੜਾ ਹੈ ਉਹ ਬਣ ਜਾਂਦੀ ਹੈ। ਇਸ ਦੀ ਕਹਾਣੀ ਨੂੰ ਰੰਗਮੰਚ ਉੱਪਰ ਪੇਸ਼ ਕਰਨ ਦਾ ਸਾਧਨ ਪਾਤਰ ਹੀ ਹੁੰਦੇ ਹੈ। ਕਥਾਨਕ ਨੂੰ ਅਸੀਂ ਇੱਕ ਅਵਿਸ਼ਕਾਰ ਕਹਿ ਸਕਦੇ ਹਾਂ, ਪਰ ਪਾਤਰ ਚਿਤਰਨ ਨੂੰ ਅਸੀਂ ਸਿਰਜਣਾ ਦੇ ਕੇ ਮਾਣ ਬਖਸ਼ਦੇ ਹਾਂ। ਉਹ ਇੱਕ ਕਥਾਨਕ ਇੱਕ ਅਵਿਸ਼ਕਾਰ ਹੋ ਸਕਦਾ ਹੈ, ਲੇਕਿਨ ਜਿਹੜੇ ਪਾਤਰ ਹੈਗੇ ਆ ਉਹ ਸਿਰਜੇ ਜਾਂਦੇ ਆ। ਇਕਾਂਗੀ ਦੇ ਵਿੱਚ ਹੈਲੋ ਬੇਟਾ, ਮੈਂ ਲੈਕਚਰ ਚ ਥੋੜੀ ਵੇਟ ਕਰੋ। ਅੱਗੇ ਗੱਲ ਆ ਜਾਂਦੀ ਹੈ ਵਾਰਤਾਲਾਪ ਦੀ, ਡਾਇਲੌਗਸ। ਠੀਕ ਹੈ। ਇਕਾਂਗੀ ਰੰਗਮੰਚ ਤੇ ਖੇਡਿਆ ਜਾਣ ਵਾਲਾ ਇੱਕ ਸਾਹਿਤ ਰੂਪ ਹੈ। ਰੰਗਮੰਚ ਉੱਤੇ ਇਕਾਂਗੀ ਦੀ ਪੇਸ਼ਕਾਰੀ ਪਾਤਰਾਂ ਦੁਆਰਾ ਬੋਲੇ ਜਾਣ ਵਾਲੇ ਵਾਰਤਾਲਾਪਾਂ ਰਾਹੀਂ ਹੁੰਦੀ ਹੈ। ਵਾਰਤਾਲਾਪ ਇੱਕ ਤਰ੍ਹਾਂ ਨਾਲ ਇਕਾਂਗੀ ਦੀ ਆਤਮਾ ਹੈ ਤੇ ਇਹੋ ਹੀ ਉਹ ਤੱਤ ਹੈ ਜੋ ਇਕਾਂਗੀ ਦੇ ਪੂਰੇ ਨਾਟਕ ਨੂੰ ਹੋਰ ਕਥਾ ਸਾਹਿਤ ਨਾਲੋਂ ਭਿੰਨਤਾ ਬਖਸ਼ਦਾ ਹੈ। ਤੇ ਵਾਰਤਾਲਾਪ ਵਿੱਚ ਤਿੰਨ ਪ੍ਰਕਾਰ ਦੇ ਕਾਰਜ ਜਿਹੜੇ ਅਸੀਂ ਦੇਖ ਸਕਦੇ ਹਾਂ। ਪਹਿਲਾ ਕੀ ਹੈ? ਪਾਤਰਾਂ ਦੇ ਸੁਭਾਅ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕਰਨਾ। ਇਹ ਵਾਰਤਾਲਾਪ ਦਾ ਜਿਹੜਾ ਰੋਲ ਹੈ। ਉਸ ਤੋਂ ਬਾਅਦ ਕਥਾ ਨੂੰ ਵਿਕਸਿਤ ਕਰਨਾ, ਪਾਤਰਾਂ ਦੇ ਮਨੋਭਾਵਾਂ ਨੂੰ ਬਿਆਨ ਕਰਨਾ। ਇਸ ਤਰ੍ਹਾਂ ਇਹ ਵਾਰਤਾਲਾਪ ਜਿਹੜੀ ਹੈ ਆਪਣਾ ਰੋਲ ਅਦਾ ਕਰਦੀ ਹੈ। ਤੇ ਇਹਨਾਂ ਤੋਂ ਬਿਨਾਂ ਵਾਰਤਾਲਾਪ ਇਕਾਂਗੀ 'ਚ ਇੱਕ ਹੋਰ ਮੰਤਵ ਵੀ ਹੱਲ ਕਰਦੀ ਹੈ ਕਿ ਇਕਾਂਗੀ ਦਾ ਕਾਰਜ ਵਾਰਤਾਲਾਪ ਹੀ ਹੈ। ਇਕਾਂਗੀ ਦਾ ਕਾਰਜ ਵਾਰਤਾਲਾਪ ਵੀ ਹੈ। ਇਹ ਘਟਨਾਕ੍ਰਮ ਨੂੰ ਅੱਗੇ ਵਧਾਉਂਦਾ ਹੈ ਤੇ ਵਿਕਸਿਤ ਕਰਦਾ ਹੈ। ਇਹਨਾਂ ਰਾਹੀਂ ਲੋੜੀਂਦੇ ਵਾਤਾਵਰਣ ਤੇ ਪ੍ਰਭਾਵ ਦੀ ਸਿਰਜਣਾ ਹੁੰਦੀ ਹੈ। ਇਹਨਾਂ ਨਾਲ ਹੀ ਦਰਸ਼ਕਾਂ ਦਾ ਧਿਆਨ ਰੰਗਮੰਚ ਤੋਂ ਹਟਾ ਦਿੱਤਾ ਜਾਂਦਾ ਹੈ, ਜਿਸ ਨਾਲ ਸੈੱਟ ਪਰਿਵਰਤਨ ਲਈ ਸਮਾਂ ਮਿਲ ਜਾਂਦਾ ਹੈ। ਇਸ ਨਾਲ ਇਕਾਂਗੀ ਦੀ ਚਾਲ ਵੀ ਕੰਟਰੋਲ 'ਚ ਰੱਖੀ ਜਾ ਸਕਦੀ ਹੈ। ਵਾਰਤਾਲਾਪ ਪਾਤਰਾਂ ਦੇ ਸੁਭਾਅ, ਉਹਨਾਂ ਦੇ ਪੱਧਰ ਤੇ ਪਰਿਸਥਿਤੀਆਂ ਅਨੁਸਾਰ ਹੋਣਾ ਚਾਹੀਦਾ ਹੈ। ਉਸ ਵਿੱਚ ਸੁਭਾਵਿਕਤਾ, ਸਜੀਵਤਾ ਤੇ ਰੌਚਕਤਾ ਦਾ ਗੁਣ ਹੋਣਾ ਚਾਹੀਦਾ ਹੈ। ਵਾਰਤਾਲਾਪ ਰਮਜ਼ ਭਰਿਆ ਤੇ ਸੰਖੇਪਤਾ ਭਰਿਆ ਹੋਣਾ ਚਾਹੀਦਾ ਹੈ। ਉਸ ਦਾ ਇੱਕ ਇੱਕ ਸ਼ਬਦ ਸਾਰਥਕ ਤੇ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ। ਅਗਲਾ ਤੱਤ ਆਪਾਂ ਗੱਲ ਕਰਦੇ ਹਾਂ ਵਾਤਾਵਰਣ। ਦੇਸ਼ ਕਾਲ ਅਤੇ ਵਾਤਾਵਰਣ। ਦੇਸ਼ ਕਾਲ ਤੇ ਵਾਤਾਵਰਣ ਤੋਂ ਭਾਵ ਹੈ ਸਮੇਂ ਤੇ ਸਥਾਨ ਦੀ ਗੱਲ ਕਰਨੀ। ਇਸ ਵਿੱਚ ਪਾਤਰਾਂ ਦੇ ਰਹਿਣ ਸਹਿਣ, ਪਹਿਰਾਵੇ, ਚਾਲ ਢਾਲ, ਆਚਾਰ ਵਿਹਾਰ, ਸਭਿਅਤਾ ਤੇ ਸੰਸਕ੍ਰਿਤੀ ਜਾਂ ਸੱਭਿਆਚਾਰ ਅਤੇ ਜੀਵਨ ਢੰਗ ਉੱਪਰ ਰੌਸ਼ਨੀ ਜਿਹੜੀ ਹੈ ਉਹ ਪਾਈ ਜਾਂਦੀ ਹੈ।
ਕਿਸੇ ਖਾਸ ਵਾਤਾਵਰਣ ਦੇ ਵਿੱਚ ਖਾਸ ਕਾਲ ਦੇ ਵਿੱਚ ਲਿਖਿਆ ਗਿਆ ਜਿਹੜਾ ਇਕਾਂਗੀ ਹੈ ਉਹ ਉਸ ਸਮੇਂ ਨੂੰ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ ਸਥਾਨਕ ਵਾਤਾਵਰਣ ਤੇ ਕਾਲ ਦਾ ਉਲੇਖ ਵੀ ਹੁੰਦਾ ਹੈ। ਇਹ ਤੱਤ ਇਕਾਂਗੀ ਵਿੱਚ ਕਿਸੇ ਇੱਕ ਥਾਂ ਤੇ ਨਾ ਹੋ ਕੇ ਸਾਰੇ ਇਕਾਂਗੀ ਵਿੱਚ ਵਿਆਪਕ ਹੁੰਦਾ ਹੈ ਤੇ ਪ੍ਰਤੱਖ ਨਾ ਹੋ ਕੇ ਅਪ੍ਰਤੱਖ ਰੂਪ ਦੇ ਵਿੱਚ ਆਪਣਾ ਰੋਲ ਜਿਹੜਾ ਉਹ ਪਲੇ ਕਰਦਾ ਹੈ। ਅਗਲਾ ਤੱਤ ਆਪਾਂ ਲੈਂਦੇ ਹਾਂ ਦਾ ਭਾਸ਼ਾ ਸ਼ੈਲੀ। ਇਕਾਂਗੀ ਦੇ ਪਾਤਰਾਂ ਦੇ ਵਾਰਤਾਲਾਪ ਦੇ ਵਿੱਚ ਇੱਕ ਵਿਸ਼ੇਸ਼ ਕਥਾ ਸ਼ੈਲੀ 'ਚ ਜਿਹੜੇ ਆ ਉਹ ਢਲੇ ਹੋਏ ਹੁੰਦੇ ਆ। ਮੂਕ ਇਕਾਂਗੀਆਂ ਜਿਹਦੇ ਵਿੱਚ ਡਾਇਲੋਗ ਨਹੀਂ ਹੁੰਦਾ, ਕੇਵਲ ਅਦਾਵਾਂ ਹੀ ਹੁੰਦੀਆਂ। ਮੂਕ ਇਕਾਂਗੀਆਂ ਵਿੱਚ ਭਾਸ਼ਾ ਦੀ ਵਰਤੋਂ ਪਾਤਰਾਂ ਦੇ ਅੰਗਾਂ ਦੀ ਹਰਕਤ ਤੇ ਪਹਿਰਾਵੇ ਆਦਿ ਰਾਹੀਂ ਦਰਸ਼ਕਾਂ ਦੇ ਦਿਮਾਗ 'ਚ ਹੁੰਦੀ ਹੈ, ਪਰੰਤੂ ਵਾਰਤਾਲਾਪ ਵਾਲੇ ਇਕਾਂਗੀ ਵਿੱਚ ਪਾਤਰਾਂ ਦੇ ਬੋਲਚਾਲ ਦੇ ਢੰਗ ਨਾਲ ਭਾਸ਼ਾ ਸ਼ੈਲੀ ਦਾ ਗਿਆਨ ਹੁੰਦਾ ਹੈ। ਕਿਉਂਕਿ ਇਕਾਂਗੀ ਇੱਕ ਦਰਸ਼ਨੀ ਸਾਹਿਤ ਰੂਪ ਹੈ, ਇਸ ਕਰਕੇ ਇਸ ਦੀ ਭਾਸ਼ਾ ਸ਼ੈਲੀ ਸਰਲ ਤੇ ਸਪਸ਼ਟ ਹੋਣੀ ਬਹੁਤ ਜ਼ਰੂਰੀ ਹੈ, ਜਿਸ ਨੂੰ ਦਰਸ਼ਕ ਜਿਹੜੇ ਆ ਝਟਪਟ ਸਮਝ ਲੈਣ, ਉਹਨਾਂ ਨੂੰ ਲੱਗੇ ਕਿ ਸਾਡੀ ਗੱਲ ਹੋ ਰਹੀ ਹੈ। ਇਸ ਦਾ ਪਾਤਰਾਂ ਦੇ ਅਨੁਕੂਲ ਹੋਣਾ ਵੀ ਬੜਾ ਜ਼ਰੂਰੀ ਹੈ। ਭਾਸ਼ਾ ਦੇ ਮਾਧਿਅਮ ਨਾਲ ਪਾਤਰਾਂ ਦੇ ਸੁਭਾਅ ਦਾ ਚਿਤਰਣ ਵੀ ਜਿਹੜਾ ਉਹ ਹੋ ਜਾਂਦਾ ਹੈ। ਉਸ ਤੋਂ ਬਾਅਦ ਅਗਲਾ ਤੱਤ ਆ ਜਾਂਦਾ ਹੈ ਮੰਤਵ, ਆਸ਼ਾ ਜਾਂ ਉਦੇਸ਼। ਕਿਸੇ ਇਕਾਂਗੀ ਨੂੰ ਲਿਖਣ ਦਾ ਉਦੇਸ਼ ਕੀ ਹੈ? ਕੋਈ ਵੀ ਸਾਹਿਤ ਰਚਨਾ ਮੰਤਵ ਰਹਿਤ ਨਹੀਂ ਅਸੀਂ ਕਹਿ ਸਕਦੇ। ਇਸ ਕਰਕੇ ਇਕਾਂਗੀ ਦੀ ਰਚਨਾ ਪਿੱਛੇ ਵੀ ਉਸਦੇ ਰਚਨਹਾਰੇ ਦਾ ਜਿਹੜਾ ਨਾਟਕਕਾਰ ਉਹਨੂੰ ਲਿਖ ਰਿਹਾ, ਇਕਾਂਗੀਕਾਰ ਲਿਖ ਰਿਹਾ, ਉਹਦਾ ਕੋਈ ਨਾ ਕੋਈ ਮੰਤਵ ਜਿਹੜਾ ਉਹ ਜ਼ਰੂਰ ਹੁੰਦਾ ਹੈ। ਤਾਂ ਇਕਾਂਗੀ ਦਾ ਮੰਤਵ ਅਪ੍ਰਤੱਖ ਹੁੰਦਾ ਹੈ। ਇਕਾਂਗੀਕਾਰ ਜੋ ਵੀ ਕਹਿਣਾ ਚਾਹੁੰਦਾ ਹੈ ਉਹ ਪਾਤਰਾਂ ਦੇ ਮਾਧਿਅਮ ਰਾਹੀਂ ਕਹਿੰਦਾ ਹੈ, ਆਪ ਕੁਝ ਨਹੀਂ ਕਹਿੰਦਾ। ਇਕਾਂਗੀ ਦਾ ਮੁੱਖ ਉਦੇਸ਼ ਰਸ ਸਿੱਧੀ ਹੀ ਹੁੰਦਾ ਹੈ, ਆਨੰਦ ਦਾ ਸੰਚਾਰ ਕਰਨਾ ਇਸ ਦਾ ਮੁੱਖ ਮੰਤਵ ਹੁੰਦਾ ਹੈ ਕਿ ਲੋਕ ਆਨੰਦਿਤ ਵੀ ਹੋਣ, ਲੋਕ ਆਪਣੀਆਂ ਸਮੱਸਿਆਵਾਂ ਬਾਰੇ ਜਾਣੂ ਵੀ ਹੋਣ, ਲੋਕ ਚੇਤਨ ਵੀ ਹੋਣ। ਇਹ ਇਕਾਂਗੀ ਦੇ ਆਸ਼ੇ ਜਾਂ ਮੰਤਵ ਦਾ ਹਿੱਸੇ ਵਾਲੀਆਂ ਗੱਲਾਂ ਅਸੀਂ ਕਹਿ ਸਕਦੇ। ਉਸ ਤੋਂ ਬਾਅਦ ਆ ਜਾਂਦਾ ਹੈ ਰੰਗਮੰਚੀ ਸੰਕੇਤ। ਇਕਾਂਗੀ ਦੇ ਰੰਗਮੰਚ ਉੱਪਰ ਖੇਡਿਆ ਜਾਣ ਵਾਲਾ ਸਾਹਿਤ ਰੂਪ ਹੈ। ਇਸ ਦੀ ਸਫਲਤਾ ਇਸ ਨੂੰ ਖੇਡਣ ਵਾਲਿਆਂ ਉੱਤੇ ਨਿਰਭਰ ਕਰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਇਕਾਂਗੀ ਰੰਗਮੰਚ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਲਿਖਿਆ ਜਾਵੇ ਤੇ ਇਸ ਲਈ ਸੰਕੇਤ ਦਿੱਤੇ ਜਾਣ। ਇਸ ਤਰ੍ਹਾਂ ਇਕਾਂਗੀ ਨੂੰ ਰੰਗਮੰਚ ਰੂਪ ਦੇਣ ਵਿੱਚ ਆਸਾਨੀ ਹੁੰਦੀ ਹੈ ਤੇ ਪਾਤਰਾਂ ਦੇ ਅਭਿਨੈ ਵਿੱਚ ਸਹਾਇਤਾ ਕਰਨਾ ਵੀ ਰੰਗ ਸੰਕੇਤ ਦਾ ਕਾਰਜ ਕਰਦਾ ਹੈ। ਅਖੀਰ ਤੇ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਫੈਸਰ ਪਰਮਿੰਦਰ ਸਿੰਘ ਤੇ ਕਿਰਪਾਲ ਸਿੰਘ ਕਸੇਲ ਦੇ ਸ਼ਬਦਾਂ ਦੇ ਵਿੱਚ ਇਕਾਂਗੀ ਬਾਰੇ ਕਿਹਾ ਜਾ ਸਕਦਾ ਹੈ ਕਿ ਇਕਾਂਗੀ ਦੀ ਬਣਤਰ ਬੜੀ ਲਚਕਦਾਰ, ਗੁੰਦਵੀਂ ਤੇ ਗਠੀਲੀ ਹੁੰਦੀ ਹੈ। ਸੰਜਮ ਪਾਤਰਾਂ ਦਾ, ਘਟਨਾਵਾਂ ਦਾ, ਵਿਚਾਰਾਂ ਦਾ, ਵਾਰਤਾਲਾਪਾਂ ਦਾ, ਝਾਕੀਆਂ ਦਾ ਤੇ ਪਿਛੋਕੜ ਦਾ ਇਸ ਦਾ ਵੱਡਾ ਲੱਛਣ ਹੈ। ਸਪਸ਼ਟਤਾ ਤੇ ਘਣਤਾ ਹੈ ਪ੍ਰਭਾਵ ਦੀ, ਮੌਕਿਆਂ ਦੀ ਤੇ ਗੁੰਝਲ ਦੀ। ਸਪਸ਼ਟਤਾ ਤੇ ਘਣਤਾ ਕਿਹਦੀ ਹੈ? ਪ੍ਰਭਾਵ ਦੀ, ਮੌਕਿਆਂ ਦੀ ਤੇ ਗੁੰਝਲ ਦੀ। ਕਿਸ ਤਰ੍ਹਾਂ ਦਾ ਪ੍ਰਭਾਵ ਪਾਇਆ ਜਾ ਰਿਹਾ, ਕਿਸ ਤਰ੍ਹਾਂ ਦੇ ਮੌਕੇ ਜਿਹੜੇ ਦਿਖਾਏ ਜਾ ਰਹੇ ਆ, ਕਿਸ ਤਰ੍ਹਾਂ ਦੀਆਂ ਗੁੰਝਲਾਂ ਜਿਹੜੀਆਂ ਸੁਲਝਾਈਆਂ ਜਾ ਰਹੀਆਂ। ਰੌਚਕਤਾ ਇਸ ਦਾ ਅਨਿੱਖੜਵਾਂ ਅੰਗ ਤੇ ਇਕਾਗਰਤਾ ਇਸ ਦਾ ਮੂਲ ਆਸ਼ਾ ਹੈ। ਇਹਨਾਂ ਜੁਗਤੀਆਂ ਨਾਲ ਇਕਾਂਗੀ ਘੱਟ ਮਸਾਲੇ ਨਾਲ ਵੱਧ ਸਵਾਦ ਦੇਣ ਵਾਲਾ ਇੱਕ ਨਾਟ ਰੂਪ ਹੈ, ਜਿਹੜਾ ਕਿ ਅਜੋਕੇ ਦੌਰ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੋ ਰਿਹਾ। ਤੇ ਇਹਦੇ ਨਾਲ ਹੀ ਕੁਝ ਪੂਰੇ ਨਾਟਕ ਤੇ ਇਕਾਂਗੀ ਬਾਰੇ ਆਪਾਂ ਇੱਕ ਫਰਕ ਜਿਹੜਾ ਉਹਦੇ ਬਾਰੇ ਜਾਣ ਲਈਏ ਕਿ ਪੂਰੇ ਨਾਟਕ ਦੇ ਵਿੱਚ ਤੇ ਇਕਾਂਗੀ ਨਾਟਕ 'ਚ ਕੀ ਫਰਕ ਹੈ। ਪੂਰੇ ਨਾਟਕ ਦੇ ਕਥਾਨਕ ਮੁੱਖ ਕਥਾ ਦੇ ਨਾਲ ਗੌਣ ਕਥਾ ਵੀ ਹੁੰਦੀ ਹੈ। ਉਸ ਜੀਵਨ ਦੀ ਕਿਸੇ ਸਮੱਸਿਆ ਜਾਂ ਕਾਲ ਉੱਪਰ ਪੂਰੇ ਵਿਸਥਾਰ ਨਾਲ ਰੌਸ਼ਨੀ ਪਾਈ ਜਾਂਦੀ ਹੈ, ਜਦਕਿ ਇਕਾਂਗੀ ਨਾਟਕ ਵਿੱਚ ਜੀਵਨ ਦੀ ਕੋਈ ਮਹੱਤਵਪੂਰਨ ਘਟਨਾ, ਸਮੱਸਿਆ ਜਾਂ ਸਥਿਤੀ ਜਾਂ ਵਿਸ਼ੇਸ਼ ਛਿਣ ਹੀ ਜਿਹੜਾ ਉਹ ਪੇਸ਼ ਕੀਤਾ ਜਾਂਦਾ ਹੈ। ਦੂਜਾ ਫਰਕ ਕੀ ਹੈ? ਪੂਰੇ ਨਾਟਕ ਦੇ ਪਲਾਟ ਦੇ ਅੰਕ ਹੁੰਦੇ ਆ, ਜਿਵੇਂ ਵੱਖ-ਵੱਖ ਸੀਨ ਹੁੰਦੇ ਆ। ਉਸ ਦਾ ਆਰੰਭ ਪ੍ਰਸਤਾਵਨਾ ਨਾਲ ਹੁੰਦਾ। ਪਹਿਲਾਂ ਪ੍ਰਸਤਾਵਨਾ ਪੇਸ਼ ਕੀਤੀ ਜਾਂਦੀ ਹੈ, ਫਿਰ ਆਰੰਭਕ ਘਟਨਾ ਵਾਪਰਦੀ ਹੈ, ਫਿਰ ਕਾਰਜ ਵਿਕਾਸ ਹੁੰਦਾ ਹੈ, ਸਿਖਰ ਤੇ ਪਹੁੰਚ ਕੇ ਉਹਨਾਂ ਦਾ ਉਤਰਾਅ ਸ਼ੁਰੂ ਹੋ ਜਾਂਦੇ, ਅੰਤ ਵਿੱਚ ਉਹ ਨਾਟਕ ਸਮਾਪਤ ਹੋ ਜਾਂਦਾ। ਤੇ ਜਿਹੜਾ ਇਕਾਂਗੀ ਦਾ ਪਲਾਟ ਹੈ ਉਹ ਪੂਰੇ ਨਾਟਕ ਵਾਂਗ ਅੰਕਾਂ 'ਚ ਨਹੀਂ ਵੰਡਿਆ ਹੁੰਦਾ। ਇਕਾਂਗੀ ਦਾ ਕਾਰਜ ਸ਼ੁਰੂ ਹੋ ਕੇ ਬੜੀ ਤੇਜ਼ੀ ਨਾਲ ਸਿਖਰ ਤੇ ਪੁੱਜਦਾ ਹੈ ਤੇ ਬੰਬ ਦੇ ਫਟਣ ਵਾਂਗ ਧਮਾਕਾ ਕਰਦਾ ਹੋਇਆ ਖਤਮ ਹੋ ਜਾਂਦਾ ਹੈ। ਅੰਤ ਵਿੱਚ ਇਸ ਦਾ ਪ੍ਰਭਾਵ ਜਿਹੜਾ ਹੈ ਉਹ ਅਸੀਂ ਕਹਿ ਸਕਦੇ ਹਾਂ ਅਚੰਭੇਪੂਰਨ ਹੁੰਦਾ ਹੈ। ਤੀਜਾ ਫਰਕ ਅਸੀਂ ਕੀ ਮਹਿਸੂਸ ਕਰਦੇ ਹਾਂ? ਪੂਰੇ ਨਾਟਕ ਦਾ ਪਲਾਟ ਜਿਹੜਾ ਹੈ ਐਕਟਾਂ ਅਤੇ ਝਾਕੀਆਂ 'ਚ ਵੰਡਿਆ ਹੁੰਦਾ, ਜਿਵੇਂ ਪਹਿਲਾਂ ਗੱਲ ਕੀਤੀ ਹੈ।
ਕਿ ਵੱਖ-ਵੱਖ ਐਕਟ ਹੁੰਦੇ, ਵੱਖ-ਵੱਖ ਸੀਨ ਹੁੰਦੇ ਆ। ਇਕਾਂਗੀ ਦਾ ਪਲਾਟ ਜਿਹੜਾ ਐਕਟਾਂ ਤੇ ਝਾਕੀਆਂ 'ਚ ਨਹੀਂ ਵੰਡਿਆ ਹੁੰਦਾ, ਇੱਕੋ ਵਾਰੀ ਪਰਦਾ ਉੱਠਦਾ ਤੇ ਖਤਮ ਹੋ ਜਾਂਦਾ ਨਾਟਕ ਇਕਾਂਗੀ, ਤਾਂ ਪਰਦਾ ਡਿੱਗ ਪੈਂਦਾ। ਜਦ ਕਿ ਨਾਟਕ ਦੇ ਵਿੱਚ ਵਾਰ-ਵਾਰ ਸੀਨ ਆਉਂਦੇ ਆ, ਪਰਦਾ ਡਿੱਗਦਾ, ਫਿਰ ਪਰਦਾ ਉੱਠਦਾ। ਇਸ ਤਰ੍ਹਾਂ ਦੀ ਪ੍ਰਕਿਰਤੀ ਜਿਹੜੀ ਆ ਨਾਟਕ 'ਚ ਦੇਖੀ ਜਾ ਸਕਦੀ ਹੈ। ਚੌਥਾ ਫਰਕ ਜਿਹੜਾ ਹੈ, ਅਸੀਂ ਮੰਨਦੇ ਹਾਂ ਕਿ ਪੂਰੇ ਨਾਟਕ ਦੇ ਵਿੱਚ 3 ਏਕਤਾਵਾਂ, ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਦਾ ਹੋਣਾ ਜ਼ਰੂਰੀ ਨਹੀਂ। ਦੂਜੇ ਪਾਸੇ ਇਕਾਂਗੀ 'ਚ ਸਮੇਂ, ਸਥਾਨ ਤੇ ਕਾਰਜ ਦੀ ਏਕਤਾ ਦਾ ਹੋਣਾ ਬੜਾ ਜ਼ਰੂਰੀ ਹੈ। ਪੰਜਵਾਂ ਫਰਕ, ਪੂਰੇ ਨਾਟਕ 'ਚ ਬਹੁਤ ਸਾਰੇ ਪਾਤਰ ਹੁੰਦੇ ਆ ਤੇ ਉਹਨਾਂ ਦੇ ਸਮੁੱਚੇ ਜੀਵਨ ਨੂੰ ਪੇਸ਼ ਕੀਤਾ ਜਾਂਦਾ, ਉਹਨਾਂ 'ਚ ਨਾਇਕ ਤੇ ਖਲਨਾਇਕ ਹੁੰਦੇ ਆ। ਤੇ ਦੂਜੇ ਪਾਸੇ ਇਕਾਂਗੀ ਦੇ ਵਿੱਚ 5 ਜਾਂ 6 ਪਾਤਰ ਹੁੰਦੇ ਆ। ਇਸ 'ਚ ਪਾਤਰਾਂ ਦੇ ਸਮੁੱਚੇ ਜੀਵਨ ਨੂੰ ਨਹੀਂ ਪੇਸ਼ ਕੀਤਾ ਜਾਂਦਾ। ਨਾਇਕ ਦੀ ਪੂਰੇ ਨਾਟਕ ਵਾਂਗ ਸਿਰਜਣਾ ਨਹੀਂ ਹੁੰਦੀ, ਸਗੋਂ ਉਸਦੇ ਕਿਸੇ ਇੱਕ ਗੁਣ ਨੂੰ ਹੀ ਪੇਸ਼ ਕੀਤਾ ਜਾਂਦਾ ਹੈ। ਬਾਕੀ ਪਾਤਰ ਨਾਇਕ ਦੇ ਪਾਤਰ ਚਿਤਰਨ ਵਿੱਚ ਸਹਾਇਤਾ ਕਰਦੇ ਆ। ਇਸ ਤੋਂ ਇਲਾਵਾ 6ਵਾਂ ਜਿਹੜਾ ਫਰਕ ਅਸੀਂ ਮਹਿਸੂਸ ਕਰਦੇ ਦੋਵਾਂ 'ਚ, ਪੂਰੇ ਨਾਟਕ ਦੇ ਵਾਰਤਾਲਾਪ ਵਿੱਚ ਲਮਕਾਅ ਤੇ ਕਹਾਣੀ ਦੀ ਚਾਲ ਮੱਠੀ ਤੇ ਢਿੱਲੀ ਹੁੰਦੀ ਹੈ, ਯਾਨੀ ਕਿਤੇ ਮੱਧਮ ਹੋ ਜਾਂਦੀ ਹੈ, ਕਿਤੇ ਤੇਜ਼ ਹੋ ਜਾਂਦੀ ਹੈ। ਲੇਕਿਨ ਇਕਾਂਗੀ 'ਚ ਵਾਰਤਾਲਾਪ ਸੰਖੇਪ ਤੇ ਚੁਸਤ ਹੁੰਦੇ ਆ ਤੇ ਕਹਾਣੀ ਦੀ ਚਾਲ ਬਹੁਤ ਤੇਜ਼ ਹੁੰਦੀ ਹੈ, ਯਾਨੀ ਫਾਸਟ ਡਾਇਲੌਗ ਹੁੰਦੇ ਆ। ਸਿਖਰ ਤੋਂ ਸ਼ੁਰੂ ਹੁੰਦੀ ਹੈ ਇਕਾਂਗੀ ਤੇ ਸਿਖਰ ਤੇ ਹੀ ਖਤਮ ਹੋ ਜਾਂਦੀ ਹੈ। 7ਵਾਂ ਫਰਕ ਕੀ ਹੈ, ਨਾਟਕਕਾਰ ਆਪਣੇ ਉਦੇਸ਼ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਦਿੰਦਾ ਹੈ। ਇੱਕ ਪੂਰੇ ਨਾਟਕ ਵਿੱਚ ਕਈ ਉਦੇਸ਼ ਪੇਸ਼ ਕੀਤੇ ਜਾ ਸਕਦੇ ਆ, ਜਦਕਿ ਇਕਾਂਗੀਕਾਰ ਆਪਣੇ ਉਦੇਸ਼ ਨੂੰ ਸੁਝਾਊ ਰੱਖਦਾ ਹੈ। ਇਕਾਂਗੀ ਦਾ ਉਦੇਸ਼ ਇੱਕੋ ਹੀ ਹੁੰਦਾ ਹੈ। 8ਵਾਂ ਫਰਕ ਅਸੀਂ ਕੀ ਮੰਨਦੇ ਹਾਂ ਕਿ ਪੂਰੇ ਨਾਟਕ ਨੂੰ ਰੰਗਮੰਚ ਉੱਪਰ ਖੇਡਣ ਲਈ ਘੱਟ ਤੋਂ ਘੱਟ 3 ਘੰਟੇ ਲੱਗਦੇ ਆ ਜਾਂ 2.5 ਘੰਟੇ ਲੱਗਦੇ ਆ, ਤੇ ਕਈ ਰਾਤਾਂ ਵੀ ਲੱਗ ਜਾਂਦੀਆਂ। ਇਸ ਦਾ ਪ੍ਰਭਾਵ ਇਕਾਂਗੀ ਜਿੰਨਾ ਜ਼ੋਰਦਾਰ ਨਹੀਂ ਬਣਦਾ, ਕਿਉਂਕਿ ਲੋਕਾਂ ਕੋਲ ਇੰਨਾ ਸਮਾਂ ਨਹੀਂ ਹੈ। ਜਦਕਿ ਇਕਾਂਗੀ ਨਾਟਕ ਰੰਗਮੰਚ ਉੱਪਰ ਅੱਧੇ ਪੌਣੇ ਘੰਟੇ ਦੇ ਵਿੱਚ ਪੂਰਾ ਹੋ ਜਾਂਦਾ ਹੈ। ਇਸ ਦਾ ਪ੍ਰਭਾਵ ਬਹੁਤ ਜ਼ੋਰਦਾਰ ਤੇ ਅਚੰਭੇਪੂਰਨ ਹੁੰਦਾ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਤੁਹਾਡਾ ਜਿਹੜਾ ਸਾਹਿਤ ਰੂਪ ਇਕਾਂਗੀ, ਜਿਹਦੇ ਬਾਰੇ ਆਪਾਂ ਅੱਜ ਇਸ ਲੈਕਚਰ ਦੇ ਵਿੱਚ ਗੱਲ ਕੀਤੀ ਹੈ। ਕੱਲ੍ਹ ਜਾਂ ਅਗਲੇ ਵੀਡੀਓ ਲੈਕਚਰ ਦੇ ਵਿੱਚ ਕਿਸੇ ਨਵੇਂ ਸਾਹਿਤ ਰੂਪ ਨਾਲ ਫਿਰ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।